ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਸਿੰਘ। ਅਰਵਿੰਦਰ ਜੀ, ਬਹੁਤ-ਬਹੁਤ ਵੈਲਕਮ ਤੁਹਾਡਾ ਸ਼ੋਅ ਦੇ ਵਿੱਚ। ਬਹੁਤ ਸ਼ੁਕਰੀਆ ਸੰਜੀਵ ਜੀ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਭ ਨੂੰ ਬੜਾ ਚਾਅ ਹੈ ਕਿ ਅਸੀਂ ਫਟਾਫਟ ਕਿੱਦਾਂ ਅਮਰੀਕਾ ਪਹੁੰਚਣਾ ਹੈ, ਬਾਕੀ ਦੇਸ਼ਾਂ 'ਚ ਜਾਣਾ ਹੈ, ਜਿੱਥੇ ਜਿੱਥੇ ਉਹ ਜਾਣਾ ਚਾਹੁੰਦੇ ਨੇ ਪਲਾਨ ਆਊਟ ਕਰਦੇ ਪਏ ਨੇ। ਸੋ ਉਸ ਨਜ਼ਰੀਏ ਨਾਲ ਸਾਨੂੰ ਸਵਾਲ ਵੀ ਪੁੱਛਦੇ ਨੇ, ਪਰ ਹਮੇਸ਼ਾ ਹੀ ਤਰ੍ਹਾਂ ਅਸੀਂ ਅਮਰੀਕਾ ਤੋਂ ਸ਼ੁਰੂਆਤ ਕਰਾਂਗੇ ਕਿ ਕੀ ਹਾਲ ਚਾਲ ਨੇ ਅੰਬੈਸੀ ਦੇ, ਕਿੱਦਾਂ ਸਭ ਨਾਲ ਗਲਵੱਕੜੀਆਂ ਪਾ ਕੇ ਮਿਲਦੀ ਆ, ਕੀ ਕਰਦੀ ਪਈ ਹੈ, ਰੌਕਸ ਕਿੱਦਾਂ ਹੋ ਰਿਹਾ ਹੈ, ਇਹ ਸਭ ਜਾਣਨਾ ਚਾਹੁੰਦੇ ਨੇ ਸਾਡੇ ਦਰਸ਼ਕ ਕਿ F4 ਵੀਜ਼ਾ ਦਾ ਕੀ ਸਟੇਟਸ ਹੈ, ਬੈਕਲੌਗ ਐਪਲੀਕੇਸ਼ਨ ਦਾ ਕੀ ਸਟੇਟਸ ਹੈ, ਹੁਣ ਕੀ ਐਟੀਟਿਊਡ ਹੈ ਅੰਬੈਸੀ ਦਾ ਜੋ ਅਮਰੀਕਾ ਦੀ ਆ। ਅੰਬੈਸੀ ਕਾਫੀ ਪ੍ਰੋਗਰੈਸਿਵ ਹੈ, ਔਰ ਅੰਬੈਸੀ ਜੋ ਐਕਸਪੈਕਟੇਸ਼ਨਸ ਨੇ ਸਾਰੇ ਐਪਲੀਕੈਂਟਸ ਦੀਆਂ, ਉਹ ਹਾਲੇ ਵੀ ਉਹਦੇ 'ਚ 2-4 ਦਿਨ ਦਾ ਇੰਤਜ਼ਾਰ ਜ਼ਰੂਰ ਹੈ। ਬਿਕੋਜ਼ ਬਿਆਨ ਤੇ ਬਿਆਨ ਆਈ ਜਾ ਰਹੇ ਕਿ ਯੈਸ ਅਪੁਆਇੰਟਮੈਂਟਸ ਨਵੰਬਰ ਦੀਆਂ ਵੀ ਅਵੇਲੇਬਲ ਹੋਣਗੀਆਂ, ਦਸੰਬਰ ਦੀਆਂ ਵੀ ਹੋਣਗੀਆਂ, ਬਟ ਹਾਲੇ ਤੱਕ ਜਦੋਂ ਪ੍ਰੈਕਟੀਕਲੀ ਤੁਸੀਂ ਜਾ ਕੇ ਬੁੱਕ ਕਰਦੇ ਹੋ, ਜਦੋਂ ਆਮ ਕਲਾਇੰਟ ਜਦੋਂ ਬੁੱਕ ਕਰਨ ਦੀ ਟਰਾਈ ਕਰਦਾ, ਤੁਹਾਨੂੰ 2025 ਦਿਸਦਾ ਆ ਅੱਜ ਦੇ ਅਗਰ ਸਮੇਂ ਦੀ ਗੱਲ ਕਰੀਏ, ਰਾਈਟ। ਔਰ ਅਸਲ ਦੇ ਵਿੱਚ ਅਗਰ ਤੁਸੀਂ ਖੁਦ ਆਪਣੀ ਐਪਲੀਕੇਸ਼ਨਸ ਕਰ ਰਹੇ ਹੋ, ਤੁਹਾਨੂੰ ਜਿਹੜੀ ਅਪੁਆਇੰਟਮੈਂਟ ਮਿਲਦੀ ਹੈ ਉਹਨੂੰ ਇਮੀਡੀਏਟਲੀ ਬੁੱਕ ਕਰ ਲੈਣਾ ਜੀ। ਸੋ ਅਗਰ ਤੁਹਾਡੇ ਕੋਈ ਪ੍ਰਾਇੋਰਟੀ ਦੇ ਕਾਰਨ ਨੇ, ਤੁਹਾਡੇ ਕੋਈ ਐਮਰਜੈਂਸੀ ਦੇ ਕਾਰਨ ਨੇ, ਸੋ ਤੁਸੀਂ ਅੰਬੈਸੀ ਨੂੰ ਪਰਸਨਲੀ ਰਿਕੁਐਸਟ ਵੀ ਕਰ ਸਕਦੇ ਹੋ ਇਹਦੇ ਲਈ। ਸੋ ਅੰਬੈਸੀ ਨੂੰ ਪਰਸਨਲੀ ਰਿਕੁਐਸਟ ਕਰੋਗੇ, ਤੁਹਾਡੇ ਲਈ ਇੰਡੀਵਿਜੂਅਲੀ ਅਲੱਗ ਤੋਂ ਇੱਕ ਸਲੋਟ ਖੋਲ੍ਹ ਦਿੱਤਾ ਜਾਊਗਾ, ਜਿਹੜਾ ਕਿ ਇਕੱਲਾ ਤੁਹਾਨੂੰ ਵਿਜ਼ੀਬਲ ਹੋਊਗਾ। ਸੋ ਉਹਦੇ ਨਾਲ ਤੁਹਾਨੂੰ ਜਿਹੜੀਆਂ ਐਮਰਜੈਂਸੀ ਵਾਲੇ ਕੇਸਿਸ ਨੇ ਉਹ ਕਮ ਸੇ ਕਮ ਇਸ ਪਾਸੇ ਨੂੰ ਜਾ ਸਕਦੇ ਆ। ਸਟੂਡੈਂਟਸ ਨੂੰ ਐਮਰਜੈਂਸੀ ਵਿੱਚ ਪਹਿਲਾਂ ਮਿਲਦੀਆਂ ਰਹੀਆਂ, ਬਟ ਹੁਣ ਉਹਨਾਂ ਨੇ ਉਹਦੀ ਬ੍ਰੇਕ ਲਾਤੀ ਸੀਗੀ। ਸੋ ਸਟਿਲ ਕਈ ਵਾਰੀ ਲਾਈਕ ਜਿਹੜੀਆਂ ਪਰਿਵਾਰਾਂ ਦੇ ਵਿੱਚ ਹਾਦਸੇ ਹੋਏ ਹੁੰਦੇ ਆ, ਉਹ ਹਾਲੇ ਵੀ ਐਮਰਜੈਂਸੀ ਦੇ ਵਿੱਚ ਕੰਸੀਡਰ ਹੋ ਸਕਦੀਆਂ ਨੇ। ਜੋ ਮੈਡੀਕਲ ਗਰਾਊਂਡਸ ਨੇ ਉਹ ਐਮਰਜੈਂਸੀ ਵਿੱਚ ਕੰਸੀਡਰ ਹੋ ਸਕਦੀਆਂ ਨੇ, ਰਾਈਟ। ਬਟ ਇਹਨਾਂ ਸਭ ਦੇ ਬਾਵਜੂਦ ਵੀ ਅੱਜ ਅਗਰ ਅਸੀਂ ਬਹੁਤ ਸਾਰੇ ਟੀਵੀ ਚੈਨਲਸ ਦੇ ਉੱਪਰ ਆਇਆ ਸੀ ਕਿ ਜਦੋਂ ਅਸੀਂ ਤਰੀਕ ਬੁੱਕ ਕਰਨ ਜਾਂਦੇ ਹਾਂ ਤਾਂ ਸਾਨੂੰ 500 ਦਿਨ ਦੀ ਦਿਸਦੀ ਆ। ਮੈਂ ਉਹਦੇ 'ਚ ਕੋਈ ਗਲਤ ਨਹੀਂ ਆ। ਸੋ ਤੈਨੂੰ ਅੱਜ ਇੱਦਾਂ ਹੀ ਦਿਸੇਗੀ, ਬਟ ਇਹ ਕੱਲ੍ਹ ਨੂੰ ਬਦਲ ਜਾਏਗਾ, ਸਾਰਾ ਕੁਝ ਪਰਸੋਂ ਨੂੰ ਬਦਲ ਜਾਏਗਾ। ਬਿਕੋਜ਼ ਅਗਰ ਅਸੀਂ ਅੰਬੈਸੀ ਦੀ ਜਿਹੜੀ ਡਿਸਕਸ਼ਨ ਹੋਈ ਹੈ, ਜਿਹਦੇ ਉੱਪਰ ਉਹਨਾਂ ਨੇ ਸਾਰਾ ਵੇਰਵਾ ਦੱਸਿਆ ਕਿ ਅੰਬੈਸੀ ਆਲਮੋਸਟ ਅੰਬੈਸੀ ਵਾਪਸੀ ਆਪਣੇ 100% ਕੈਪੈਸਿਟੀ ਦੇ ਉੱਪਰ ਆ ਗਈ ਹੈ। ਸੋ ਜਾਂ ਬਿਲਕੁਲ ਆਉਣ ਵਾਲੀ ਹੈ। ਸੋ ਇਹ ਸਮਾਂ ਤੈਅ ਕਰਦਿਆਂ ਨੂੰ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਯੈਸ, ਇਹ ਨਵੰਬਰ ਦਸੰਬਰ ਖਾਲੀ ਨਹੀਂ ਜਾਣ ਦੇਣਾ, ਔਰ ਇਹ ਖਾਲੀ ਜਾਏਗਾ ਵੀ ਨਹੀਂ। ਸੋ ਤੁਸੀਂ ਇੱਕਦਮ ਵੇਖੋਗੇ ਕਿ ਬਹੁਤ ਵੱਡੇ ਸਲੋਟਸ ਤੁਹਾਨੂੰ, ਮਤਲਬ 10-10 ਹਜ਼ਾਰ, 20-20 ਹਜ਼ਾਰ, ਲੱਖ ਦੇ ਕਰੀਬ ਤੁਹਾਨੂੰ ਅਪੁਆਇੰਟਮੈਂਟਸ ਇੱਦਾਂ ਅਵੇਲੇਬਲ ਹੋਣਗੀਆਂ। ਸੋ ਬੈਕਲੌਗਸ ਬਾਕੀ ਸਾਰੇ ਕੰਟਰੀਜ਼ ਲਈ ਸਿਰਦਰਦੀ ਹੋ ਸਕਦਾ, USA ਲਈ ਐਡਾ ਕੰਸਰਨ ਨਹੀਂ ਹੈਗਾ। ਇਹਦੇ ਦੋ ਕਾਰਨ ਨੇ। ਇੱਕ ਤੇ US ਦਾ ਜਿਹੜਾ ਬੈਕਲੌਗ ਆ ਉਹ ਅੰਬੈਸੀ 'ਚ ਹਾਲੇ ਪਹੁੰਚਿਆ ਨਹੀਂ ਹੁੰਦਾ, ਬੈਕਲੌਗ ਬਾਹਰ ਹੀ ਪਿਆ ਆ। ਓਕੇ। ਸੋ ਅੰਬੈਸੀ ਜਿੱਦਣ ਰੈਡੀ ਆ, ਜਿੰਨੇ ਮਰਜ਼ੀ ਲੋਕਾਂ ਨੂੰ ਬੁਲਾ ਕੇ ਭੁਗਤਾ ਸਕਦੀ ਹੈ ਮਿੰਟੋ ਮਿੰਟੀ। ਸੋ ਇਸ ਅੰਬੈਸੀ ਦੀ ਇਹੀ ਖਾਸੀਅਤ ਹੈ ਕਿ ਇੱਥੇ ਬੈਕਲੌਗ ਬਾਕੀ ਕੰਟਰੀਜ਼ ਤੁਸੀਂ ਗਿਣ ਸਕਦੇ ਹੋ ਕਿ ਇਹਦਾ ਇੰਨਾ ਬੈਕਲੌਗ ਪਿਆ, ਇਹਦੇ 'ਚ ਇੱਥੋਂ ਤੱਕ ਜਿਹੜੀਆਂ ਫਾਈਲਸ ਪਈਆਂ ਨੇ। US ਦਾ ਬੈਕਲੌਗ ਅਗਰ ਤੁਸੀਂ ਗਿਣੋਗੇ ਤਾਂ ਤੁਹਾਨੂੰ ਗ੍ਰੀਨ ਕਾਰਡ ਵਾਲਿਆਂ ਦਾ ਬੈਕਲੌਗ ਦਿਸੂਗਾ, F4 ਵਾਲਿਆਂ ਦੀਆਂ ਐਪਲੀਕੇਸ਼ਨਸ ਦਾ ਬੈਕਲੌਗ ਦਿਸੂਗਾ, ਤੁਹਾਨੂੰ ਜਿਹੜਾ ਨਾਨ ਇਮੀਗ੍ਰੈਂਟ ਸੈਕਸ਼ਨ ਆ ਉਹਦਾ ਬੈਕਲੌਗ ਨਹੀਂ ਕਦੇ ਦਿਸੂਗਾ। ਬਿਕੋਜ਼ ਅੰਬੈਸੀ ਕਦੀ ਇਹ ਡਾਟਾ, ਇਹ ਅੰਕੜੇ ਜਾਰੀ ਨਹੀਂ ਕਰਦੀ ਕਿ ਕਿੰਨੇ ਲੋਕਾਂ ਨੇ ਫੀਸ ਭਰ ਦਿੱਤੀ ਹੈ। ਸੋ ਹੋ ਸਕਦਾ ਵੀ ਕਰੋੜ ਬੰਦੇ ਨੇ ਅੰਬੈਸੀ ਦੀ ਫੀਸ ਭਰੀ ਹੋਵੇ, ਬਟ ਉਹ ਫੀਸ ਵੈਲਿਡ ਆ, ਹੋ ਸਕਦਾ ਤੁਸੀਂ ਅਗਲੇ ਸਾਲ ਲਈ ਭਰੀ ਹੋਵੇ। ਸੋ ਉਹਦੀ ਐਮਰਜੈਂਸੀ ਨਾਲ, ਉਹਦੇ ਤੁਹਾਡੀ ਕਿਊ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਸੋ ਯੈਸ, US ਦਾ ਟਾਈਮ ਬਿਲਕੁਲ ਰਾਈਟ ਟਾਈਮ ਆ। ਸੋ ਅਸੀਂ ਆਲਮੋਸਟ ਦੀਵਾਲੀ ਦੇ ਕੰਢੇ ਤੇ ਖੜੇ ਆ। ਸੋ ਆਲਮੋਸਟ ਅਖੀਰਲੇ ਜਿਹੜੇ ਹਫਤਾ 10 ਦਿਨ ਬਚੇ ਨੇ ਅੰਬੈਸੀ ਦੇ, ਸੋ ਸੌਰੀ ਅਕਤੂਬਰ ਦੇ। ਸੋ ਇਹ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਅੰਬੈਸੀ ਦੇ ਤੀਸਰੇ ਹਫਤੇ ਤੋਂ ਤੁਹਾਨੂੰ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ, ਬਿਕੋਜ਼ ਦੂਸਰਾ ਹਫਤਾ ਉਹਨਾਂ ਨੇ ਬੋਲਿਆ ਆ। ਔਰ ਸਾਨੂੰ ਉਮੀਦ ਸੀ ਕਿ ਅੱਜ ਅਗਰ ਅਸੀਂ ਗੱਲ ਕਰਦੇ ਹਾਂ ਕਿ ਸ਼ਾਇਦ ਅੱਜ ਅਪੁਆਇੰਟਮੈਂਟਸ ਦੀ ਝੜੀ ਲੱਗੀ ਹੋਏਗੀ, ਬਟ ਸਟਿਲ ਤੁਹਾਨੂੰ 2-4 ਦਿਨ ਹੋਰ ਹੋ ਸਕਦਾ ਇੰਤਜ਼ਾਰ ਕਰਨਾ ਪਵੇ, ਬਟ ਟਾਈਮ ਬਿਲਕੁਲ ਕੰਢੇ ਤੇ ਆ। ਸੋ ਇਹਦੇ 'ਚ ਹੋਪ ਲੂਜ਼ ਕਰਨ ਵਾਲੀ ਸਟੋਰੀ ਨਹੀਂ ਹੈਗੀ ਕੋਈ ਕਿ ਸਾਡਾ ਜਿਹੜਾ ਸਮਾਂ ਆ ਉਹ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਅਸੀਂ ਨਿਰਾਸ਼ਾ ਹੁੰਦੇ ਰਹੀਏ ਉਹ ਤਰੀਕਾਂ ਨੂੰ ਵੇਖ ਕੇ। ਬਿਕੋਜ਼ ਬੰਦ ਤੇ ਬੰਦ ਹੀ ਦਿਸਣਾ ਆ। ਜਦੋਂ ਤੱਕ ਸੂਰਜ ਨਹੀਂ ਚੜ੍ਹਿਆ ਤਦ ਤੱਕ ਹਨੇਰਾ ਹੀ ਹੈ। ਸੋ ਜਿੱਦਣ ਚੜ੍ਹ ਗਿਆ ਚਾਨਣ ਉਦਣ ਹੈ। ਇੱਕ ਮੈਂ ਪੁਆਇੰਟ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇੱਕ ਪਰਸਨਲ ਪੁਆਇੰਟ ਆ ਕਿ ਅਸੀਂ ਅਮਰੀਕਾ ਜਾਣਾ ਚਾਹੁੰਦੇ ਹਾਂ, ਸਟੂਡੈਂਟਸ ਖਾਸ ਕਰਕੇ ਕਾਲੇ ਪਏ ਹੁੰਦੇ ਨੇ, ਔਰ ਹਰ ਬੰਦੇ ਨੂੰ ਜਲਦੀ ਹੈ। ਅਮਰੀਕਾ ਦੀ ਗੌਰਮੈਂਟ ਇਹ ਡਿਸਾਈਡ ਕਰਦੀ ਹੈ ਕਿ ਸਾਨੇ ਇੰਨੇ ਹੀ ਬੰਦੇ ਇੱਥੇ ਐਡਜਸਟ ਕਰਨੇ ਨੇ, ਇੰਨੇ ਹੀ ਲੈ ਕੇ ਆਉਣੇ ਨੇ, ਬਿਕੋਜ਼ ਸਾਡੀ ਆਪਣੀ ਪਾਪੂਲੇਸ਼ਨ ਆ, ਉਹਨਾਂ ਦੀਆਂ ਵੀ ਜਿਹੜੀਆਂ ਸਟੂਡੈਂਟਸ ਨੇ ਉਹਨਾਂ ਦੀ ਵੀ ਓਪਰਚੁਨਿਟੀਜ਼ ਨੇ, ਔਰ ਕਿਤੇ ਸਾਡੇ ਵਾਲੇ ਜਿਹੜੇ ਬੰਦੇ ਨੇ ਇੱਥੋਂ ਦੇ
ਗੋਰੇ ਨੇ ਅਮਰੀਕਾ ਦੇ, ਉਹਨਾਂ ਦੇ ਜਿਹੜੇ ਹੱਕ ਨੇ, ਉਹਨਾਂ ਦੇ ਜਿਹੜੇ ਰਾਈਟਸ ਨੇ ਜੌਬਸ ਨੂੰ ਲੈ ਕੇ, ਸੈਟਲ ਹੋਣ ਨੂੰ, ਫਿਊਚਰ ਨੂੰ ਲੈ ਕੇ, ਉਹ ਕਿਤੇ ਰਿਸਕ ਪੁਆਇੰਟ 'ਤੇ ਨਾ ਆ ਜਾਣ। ਅਸੀਂ ਉਨੀ ਕੀ ਗਿਣਤੀ ਰੱਖਣੀ ਹੈ, ਉਨੀਆਂ ਕੁ ਨੂੰ ਹੀ ਇੱਥੇ ਰਹਿਣ ਦਾ PR ਦੇਣਾ ਹੈ ਔਰ ਗ੍ਰੀਨ ਕਾਰਡ ਦੇਣਾ ਹੈ, ਇਹ ਸਭ ਦੇਖਦੇ ਹੋਏ ਚੱਲਦੇ ਨੇ। ਮੈਂ ਹਜ਼ਾਰਾਂ ਇੰਟਰਵਿਊਜ਼ ਕੀਤੀਆਂ, ਨਾਰਮਲੀ ਕਦੀ ਕਿਸੇ ਨੇ ਮੈਨੂੰ ਇਹ ਸਵਾਲ ਇੱਦਾਂ ਪੁੱਛਿਆ ਨਹੀਂ, ਬਟ ਆਈ ਐਮ ਗਲੈਡ ਕਿ ਤੁਸੀਂ ਪੁੱਛਿਆ ਆ। ਇਹ ਅਸਲ 'ਚ 3-4 ਸਿਚੁਏਸ਼ਨਸ ਨੇ। ਯੈਸ, ਇਹ ਬਿਲਕੁਲ ਕੈਲਕੂਲੇਟਡ ਹੁੰਦਾ ਆ। ਇਹ ਜਿੱਦਾਂ ਤੁਹਾਡਾ 5 ਈਅਰ ਪਲਾਨਸ ਨੇ, ਜਿੱਦਾਂ ਤੁਹਾਡੇ ਇਕਨੋਮਿਕ ਪਾਲਿਸੀਜ਼ ਨੇ, ਸੋ ਇਮੀਗ੍ਰੇਸ਼ਨ ਪਾਲਿਸੀ ਕਿਸੇ ਵੀ ਮੁਲਕ ਦੀ ਡਿਜ਼ਾਈਨਡ ਹੈ। ਇਸੇ ਕਰਕੇ ਇਮੀਗ੍ਰੇਸ਼ਨ ਇੱਕ ਮੰਤਰਾਲਾ ਆ, ਇਮੀਗ੍ਰੇਸ਼ਨ ਇੱਕ ਪੋਰਟਫੋਲੀਓ ਆ, ਮੰਤਰੀ ਹੈ। ਸੋ ਇਸੇ ਕਰਕੇ ਉਹਦੇ ਵਿੱਚ ਥਿਊਰੀਜ਼ ਨੇ, ਇਸੇ ਕਰਕੇ ਉਸੇ ਵਿੱਚ ਤੁਹਾਡੇ ਕੋਲ ਸੁਜੈਸ਼ਨਸ ਲਈਆਂ ਜਾਂਦੀਆਂ ਨੇ, ਇੰਪਰੂਵਮੈਂਟਸ ਆ, ਇਕਨੋਮੀ ਦੀ ਕੰਟਰੀਬਿਊਸ਼ਨ ਹੈ। ਸੋ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆ ਤੇ ਕਿ ਤੁਹਾਨੂੰ ਰਿਕੁਆਇਰਮੈਂਟ ਕਿੰਨੀ ਕੁ। ਸੋ US ਦੀ ਅਗਰ ਆਪਾਂ ਗੱਲ ਕਰੀਏ, ਇਕੱਲੇ ਇੰਡੀਆ ਦੀ ਤੇ ਲਗਭਗ 10 ਲੱਖ 1 ਮਿਲੀਅਨ ਵੀਜ਼ਾਸ ਇਕੱਲੇ ਨਾਨ ਇਮੀਗ੍ਰੈਂਟ ਵਾਲਿਆਂ ਦਾ ਆ। ਇਕੱਲੀ ਨਾਨ ਇਮੀਗ੍ਰੈਂਟ ਕੈਟਾਗਰੀ 1 ਮਿਲੀਅਨ ਵੀਜ਼ਾਸ। ਅਸੀਂ ਆਲਮੋਸਟ ਪੂਰੀ ਦੁਨੀਆ ਤੋਂ ਟੌਪ ਤੇ ਆ। ਰਾਈਟ। ਸਾਡੇ ਤੋਂ ਪਹਿਲਾਂ ਚਾਈਨਾ ਸਾਡੇ ਤੋਂ ਅੱਗੇ ਹੁੰਦਾ ਸੀ, ਬਟ ਅਸੀਂ 2018 ਦੇ ਵਿੱਚ 8.5 ਲੱਖ ਦਾ ਬੈਰੀਅਰ ਅਸੀਂ ਕ੍ਰਾਸ ਕਰਕੇ ਅਸੀਂ ਉਦੋਂ ਅੱਗੇ ਆ ਗਏ। ਸੋ ਚਾਈਨਾ 8.5 ਦੇ ਉੱਪਰ ਸੀ ਔਰ ਅਸੀਂ ਉਹਨੂੰ ਕ੍ਰਾਸ ਕੀਤਾ। ਸੋ ਇਸ ਸਮੇਂ ਦੇ ਵਿੱਚ 1 ਮਿਲੀਅਨ ਦੇ ਕਰੀਬ ਜਿਹੜੇ ਵੀਜ਼ਾਸ, ਨਾਨ ਇਮੀਗ੍ਰੈਂਟ ਵੀਜ਼ਾਸ, ਉਹ ਗ੍ਰਾਂਟ ਹੋਣ ਦੀ ਜਿਹੜੀ ਪਾਲਿਸੀ ਲਗਭਗ ਇਹਦੇ ਆਸ-ਪਾਸ ਹੋਏਗੀ। ਦੂਸਰੀ ਚੀਜ਼, ਜਿਹੜੀਆਂ ਜੌਬਸ ਨੇ ਉਹ ਹਮੇਸ਼ਾ ਲੋਕਲਸ ਲਈ ਹੁੰਦੀਆਂ ਨੇ। ਜੋ ਤੁਸੀਂ ਬੋਲਿਆ ਸੀ ਕਿ ਲੋਕਲ ਲੋਕਾਂ ਨੂੰ ਖੜਕਦਾ ਨਹੀਂ। ਸੋ ਜੌਬਸ ਹਮੇਸ਼ਾ ਲੋਕਲਸ ਲਈ ਆ। ਕੋਈ ਗਵਰਨਮੈਂਟ ਇਹ ਨਹੀਂ ਪੋਰਟਰੇ ਕਦੇ ਕਿ ਬਾਹਰਲੇ ਲੋਕ ਆ ਕੇ ਇੱਥੇ ਵਸ ਜਾਣ। ਬਟ ਅਗਰ ਤੁਹਾਡੀ ਇਕਨੋਮਿਕ ਪਾਲਿਸੀ ਦੇ ਵਿੱਚ ਇਹਦੇ ਨਾਲ ਤੁਹਾਡੇ ਲੋਕਲ ਕੰਮਾਂਕਾਰ ਨੂੰ ਫਾਇਦਾ ਹੋ ਰਿਹਾ ਆ, ਫਿਰ ਯੈਸ, ਇਹ ਕੰਸੀਡਰ ਕਰਨ ਵਾਲਾ ਗੱਲ ਆ। ਜਿੱਦਾਂ ਪੰਜਾਬ ਦੇ ਵਿੱਚ ਅਗਰ ਸਾਡੇ ਕੋਲ UP ਬਿਹਾਰ ਤੋਂ ਲੇਬਰ ਨਹੀਂ ਆਏਗੀ ਤੇ ਸਾਡੇ ਖੇਤੀਬਾੜੀ ਦੇ ਬਹੁਤ ਸਾਰੇ ਕੰਮ ਪਛੜ ਜਾਣਗੇ। ਜਾਂ ਸਾਨੂੰ ਇੱਕਦਮ ਮਸ਼ੀਨਰੀ ਤੇ ਅਪਗ੍ਰੇਡ ਕਰਨਾ ਪਊਗਾ, ਜਾਂ ਸਾਨੂੰ ਕੁਝ ਉਹ ਕੰਮਕਾਰ ਕਰਨੇ ਪੈਣਗੇ ਜਿਨ੍ਹਾਂ ਦੇ ਵਿੱਚ ਲੇਬਰ ਘੱਟ ਆ। ਰਾਈਟ। ਸੋ ਉਹਦੇ ਨਾਲ ਜਿਹੜਾ ਹੁਣ ਸਾਡਾ ਸਟਰਕਚਰ ਚੱਲ ਰਹੀ ਹੈ ਜਿਹੜੀ ਐਗਰੀਕਲਚਰ ਦੀ, ਉਹ ਇੱਕਦਮ ਅਫੈਕਟ ਹੋਏਗੀ। ਓਕੇ। ਸੋ ਇਸ ਕਰਕੇ ਇਹ ਮਾਈਗ੍ਰੇਸ਼ਨ ਇਸੇ ਤਹਿਤ ਕੀਤੀ ਜਾਂਦੀ ਹੈ। ਜਿਹੜੇ H1 ਨੇ ਉਹ ਬੇਸਿਕਲੀ ਟਰੰਪ ਗਵਰਨਮੈਂਟ ਦੇ ਟਾਈਮ ਦੇ ਦੌਰਾਨ ਬਹੁਤ ਵੱਡਾ ਮੁੱਦਾ ਬਣਿਆ। ਉਹ ਮੁੱਦਾ ਇਸੇ ਕਰਕੇ ਹੀ ਬਣਿਆ ਸੀ ਕਿ ਉਹਦੇ 'ਚ ਲੋਕਲ ਨੈਸ਼ਨਲਿਜ਼ਮ ਜ਼ਿਆਦਾ ਗਰੋ ਕੀਤਾ ਗਿਆ ਔਰ ਉਹਦੇ ਵਿੱਚ ਅਮਰੀਕਨਸ ਫਰਸਟ ਕਰਕੇ ਨਾਅਰਾ ਦਿੱਤਾ ਗਿਆ। ਸੋ ਯੈਸ, ਪੋਲੀਟੀਕਲੀ ਦੇ ਮਾਇਨੇ ਹੋਰ ਹੋ ਸਕਦੇ ਨੇ, ਬਟ ਇਕਨੋਮਿਕਲੀ ਕਿਸੇ ਮੁਲਕ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਜਾਂ ਅਗਰ ਅਸੀਂ ਜਿਹੜੀ ਇਕਨੋਮਿਕ ਪਾਲਿਸੀ ਦੇ ਤਹਿਤ ਕਰੀਏ ਤਾਂ ਉਹਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ। ਹਰ ਮੁਲਕ, ਹਰ ਕੰਟਰੀ ਦੀ ਅੱਜ ਵੀ ਫੋਰਨ ਡਾਇਰੈਕਟ ਇਨਵੈਸਟਮੈਂਟਸ ਦੀ ਚਾਹਤ ਹੈ। ਸੋ ਬਾਹਰੋਂ ਡਾਲਰ ਚਾਹੀਦੇ ਨੇ, ਬਾਹਰੋਂ ਰੁਪਈਆ ਚਾਹੀਦਾ, ਬਾਹਰੋਂ ਰਕਮਾਂ ਆਉਣ, ਇੱਥੇ ਆ ਕੇ ਇਨਵੈਸਟਮੈਂਟਸ ਕਰੋ। ਅਗਰ ਇੱਥੇ ਇੱਕ ਕੰਪਨੀ ਨੇ ਅੱਜ ਪਲਾਂਟ ਲਾਇਆ, ਉਹ ਆਉਣ ਵਾਲੇ ਸਾਰੇ ਸਮੇਂ 'ਚ ਪੈਸਾ ਬਾਹਰ ਲੈ ਕੇ ਜਾਏਗੀ। ਰਾਈਟ। ਬਟ ਤੁਹਾਨੂੰ ਅੱਜ ਲੋੜ ਆ ਤੁਹਾਡੀ ਲੋਕਲ ਜਿਹੜੀ ਉਹਦੀ ਕੰਟਰੀਬਿਊਸ਼ਨ ਦੇ ਨਾਲ ਜਿਹੜਾ ਤੁਹਾਡਾ ਲੋਕਲ ਜੌਬਸ ਵਿਕਸਿਤ ਹੋਣ। ਸੋ ਇਸ ਕਰਕੇ ਤੁਸੀਂ FDI ਮੰਗਦੇ ਹੋ, ਇਸ ਕਰਕੇ ਪੈਸਾ ਵੀ ਆਉਂਦਾ ਆ ਬਾਹਰੋਂ ਔਰ ਜੌਬਸ ਵੀ ਕ੍ਰੀਏਟ ਹੁੰਦੀਆਂ ਨੇ। ਸੋ ਕਿਸ ਟਾਈਮ ਦੇ ਉੱਪਰ ਕਿਹੜਾ ਕੰਟਰੀ ਕਿਸ ਸਿਚੁਏਸ਼ਨ ਦੇ ਉੱਪਰ ਅਸਲ ਦੇ ਵਿੱਚ ਇਹ ਤੈਅ ਕਰਦਾ ਆ ਕਿੰਨੇ ਲੋਕਾਂ ਨੂੰ ਵੀਜ਼ਾ ਦੇਣਾ ਆ, ਕਿੰਨੇ ਲੋਕ ਚਾਹੀਦੇ ਨੇ, ਕਿੰਨੇ ਲੋਕ ਸੈਟਲ ਹੋ ਸਕਣਗੇ। ਅਗਰ ਅਸੀਂ ਬ੍ਰੇਨ ਡਰੇਨ ਕਰਨ ਦੀ ਪਾਲਿਸੀ ਨਾਲ ਲਿਆਉਣਾ, ਕਿੰਨੇ ਲੋਕਾਂ ਨੂੰ ਇੱਥੇ ਵਸਾਉਣਾ ਆ, ਕਿੰਨੇ ਲੋਕਾਂ ਨੂੰ ਸਾਨੂੰ ਅਲੱਗ-ਅਲੱਗ ਸੈਕਟਰ ਦੇ ਵਿੱਚ ਜੌਬਸ ਦੀ ਸ਼ਾਰਟੇਜ ਆ, ਸਕਿਲਡ ਮਾਈਗ੍ਰੇਸ਼ਨ ਦੀ ਲੋੜ ਆ। ਸੋ ਇਹ ਸਾਰਾ ਦਾ ਸਾਰਾ ਡਿਜ਼ਾਈਨ ਹੈ ਪ੍ਰੋਪਰ ਔਰ ਇਸੇ ਡਿਜ਼ਾਈਨ ਦੇ ਅਕੋਰਡਿੰਗ ਇਹ ਸਾਰੀ ਸਟਰਕਚਰ ਚੱਲਦੀ ਹੈ, ਸਾਰੀਆਂ ਐਮਬੈਸੀਜ਼ ਚੱਲਦੀਆਂ ਨੇ। ਹਾਂ, ਇਹ ਡਿਜ਼ਾਈਨ ਅਫੈਕਟ ਹੋਇਆ ਕੋਵਿਡ ਦੇ ਵਿੱਚ। ਸੋ ਹੁਣ ਉਹਦੀ ਭਰਪਾਈ ਦਾ ਸਮਾਂ ਆ। ਇਸੇ ਕਰਕੇ ਮੈਂ ਕਹਿ ਰਿਹਾ ਐਮਫੈਸਾਈਜ਼ ਕਰਕੇ ਕਿ ਨਵੰਬਰ ਤੇ ਦਸੰਬਰ ਖਾਲੀ ਜਾਣ ਵਾਲਾ ਨਹੀਂ ਆ। ਨਵੰਬਰ ਤੇ ਦਸੰਬਰ ਅਮਰੀਕਾ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਵੀਜ਼ਾਸ ਵੇਖਣ ਨੂੰ ਮਿਲੇਗਾ। ਸੋ ਹਾਲੇ ਵੀ ਅਗਰ ਤੁਹਾਡੇ ਮਨ 'ਚ ਕਿਤੇ ਨਾ ਕੋਈ ਡੈਸਪਰੇਸ਼ਨ ਹੈਗੀ, ਮੈਂ ਅੱਜ ਦੀਆਂ ਤਰੀਕਾਂ ਦਾ ਐਲਾਨ ਤਾਂ ਕੀਤਾ ਸੀ ਕਿ ਤੁਹਾਨੂੰ ਜੋ ਦਿਸਦਾ ਬੁੱਕ ਕਰਕੇ, ਜਿਹੜੇ ਐਮਰਜੈਂਸੀ ਵਾਲੇ ਆ ਕਮ ਸੇ ਕਮ ਉਹ ਪਹਿਲਾਂ ਤੁਰ ਜਾਓ, ਪਹਿਲਾਂ ਓਪਨ ਹੋ। ਸੋ ਉਹ ਫਟਾਫਟ ਆਪਣੀ ਕਿਊ ਦੇ ਵਿੱਚੋਂ ਤੁਸੀਂ ਆਪਣੀ ਰਿਕੁਐਸਟ ਕਰਕੇ ਚੱਲ ਜਾਓ। ਬਾਕੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਆ। ਤੁਹਾਡੇ ਲਈ ਨਵੰਬਰ ਦਸੰਬਰ ਪਿਆ ਆ, ਭਰਪੂਰ ਸਲੋਟਸ ਮਿਲਣਗੇ, ਬਹੁਤ ਸਾਰੇ ਸਲੋਟਸ ਮਿਲਣਗੇ। ਔਰ ਸਾਨੂੰ ਆਫਿਸ ਵਿੱਚ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਕਿ ਤੁਸੀਂ ਤਰੀਕ ਲੈ ਲਓ, ਪੈਸੇ ਲੈ ਲਓ, ਤਰੀਕ ਦੇ ਦਿਓ, ਕਾਈਂਡ ਆਫ, ਰਾਈਟ। ਯੈਸ। ਐਂਡ ਆਈ ਆਲਵੇਜ਼ ਪ੍ਰੀਚ ਕਿ ਤਰੀਕਾਂ ਫ੍ਰੀ ਹੁੰਦੀਆਂ ਨੇ, ਇਹਦੇ ਕੋਈ ਪੈਸੇ ਨਹੀਂ ਲੱਗਦੇ। ਸੋ ਤੁਸੀਂ ਕਿਸੇ ਪ੍ਰੋਫੈਸ਼ਨਲ ਫੀਸ ਪੇ ਕਰਦੇ ਹੋ, ਉਹਦੇ ਨਾਲ ਤਰੀਕ ਆਟੋਮੈਟਿਕ ਫ੍ਰੀ ਹੈ। ਸੋ ਤਰੀਕਾਂ ਦੇ ਅਗਰ ਕੋਈ ਤੁਹਾਡੇ ਕੋਲ ਪੈਸੇ ਮੰਗ ਰਿਹਾ, ਕੋਈ ਤੁਸੀਂ ਅਗਰ ਕਿਸੇ ਪਾਸੇ ਇਹਦੇ ਸ਼ਿਕਾਰ ਹੋ ਰਿਹਾ ਤਾਂ ਇਹ ਗਲਤ ਪਾਲਿਸੀ ਹੈ। ਸੋ US ਐਮਬੈਸੀ ਦੇ ਵਿੱਚ ਕੋਈ ਵੀ ਇਦਾਂ ਦਾ ਡਿਜ਼ਾਈਨ ਨਹੀਂ ਹੈ, ਕੋਈ ਵੀ ਇਦਾਂ ਦਾ ਲੂਪ ਹੋਲ ਨਹੀਂ ਹੈ ਕਿ ਕਿਸੇ
ਕਿਸੇ ਪਾਸੇ ਤੁਹਾਡੀਆਂ ਤਰੀਕਾਂ ਵਿਕ ਸਕਣ। ਇਲੀਗਲ ਨਹੀਂ ਹੈ ਕੁਝ ਨਹੀਂ ਹੋ ਸਕਦਾ। ਹਾਂ, ਕਈ ਅੰਬੈਸੀਜ਼ ਦੇ ਵਿੱਚ ਇਹ ਚੀਜ਼ਾਂ ਪੋਸੀਬਲ ਹੈਗੀਆਂ ਆ, ਬਟ ਯੂਐਸ ਦੇ ਵਿੱਚ ਇਹ ਚੀਜ਼ ਦੀ ਕਿਤੇ ਕੋਈ ਜਗ੍ਹਾ ਹੀ ਹੈ ਨਹੀਂ ਆ। ਸੋ ਯੂਐਸ ਦੇ ਵਿੱਚ ਤੁਹਾਨੂੰ ਅਪਡੇਟ ਰਹਿਣਾ ਆ। ਸੋ ਪੰਜਾਬ ਮੇਲ USA TV ਦਾ ਖਾਸ ਪ੍ਰੋਗਰਾਮ ਤੁਹਾਡੀ ਅਪਡੇਸ਼ਨ ਲਈ ਹੈ ਸਾਰਾ ਕੁਝ, ਕਿ ਲਗਾਤਾਰ ਉਹ ਜਾਣਕਾਰੀਆਂ ਤੁਹਾਡੇ ਤੱਕ ਮੁਹੱਈਆ ਹੁੰਦੀਆਂ ਰਹਿਣ ਜਿਨ੍ਹਾਂ ਦੀ ਤੁਹਾਨੂੰ ਹਰ ਹਫਤੇ ਲੋੜ ਆ ਜਾਂ ਸਮੇਂ ਦੇ ਉੱਪਰ ਲੋੜ ਆ। ਸੋ ਇਸੇ ਕਰਕੇ ਅਸੀਂ ਹਰ ਚੀਜ਼ ਨੂੰ ਬਹੁਤ ਬਰੀਕੀ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਐਗਜ਼ੈਕਟਲੀ। ਸੋ ਇਹ ਵਿਨ ਸਿਚੁਏਸ਼ਨ ਇਕਨੋਮਿਕਲ ਹੈ, ਇਹਦਾ ਬੇਸ ਜੋ ਹੈ ਇਕਨੋਮੀ ਹੈ, ਕਿ ਤੁਹਾਡੀ ਇਕਨੋਮੀ ਨੂੰ ਜਿਹੜੀ ਚੀਜ਼ ਬੈਨੀਫਿਟ ਦੇਗੀ, ਸਟਰੋਂਗ ਕਰੇਗੀ, ਉਹਨੂੰ ਕਹਿਣਗੇ ਯਾ ਤੁਸੀਂ ਆ ਸਕਦੇ ਹੋ, ਬਿਲਕੁਲ ਤੁਸੀਂ ਸਾਡੇ ਨਾਗਰਿਕ ਬਣ ਸਕਦੇ ਹੋ, ਯੂ ਆਰ ਵੈਲਕਮ ਹੇਅਰ, ਅਦਰਵਾਈਜ਼ ਤੁਸੀਂ ਜਾ ਸਕਦੇ ਹੋ, ਤੁਹਾਡੀ ਇੱਥੇ। ਔਰ ਜਿਹਨੂੰ ਅਸੀਂ PR ਕਹਿੰਦੇ ਆ, PR ਨੂੰ ਅਗਰ ਅਸੀਂ ਦੇਸੀ ਭਾਸ਼ਾ 'ਚ ਬੋਲੀਏ, ਕਮਾਊ ਪੁੱਤਰ ਨੂੰ ਵਸਾਉਣਾ ਆ। ਵਾਹ ਜੀ ਵਾਹ। ਸੋ ਜਿਹੜਾ ਪੁੱਤਰ ਕਮਾਊ ਹੋ ਗਿਆ, ਚਾਹੇ ਸਟੂਡੈਂਟ ਗਿਆ ਹੈ, ਚਾਹੇ ਕਿਸੇ ਵੀ ਵੀਜ਼ਾ ਤੇ ਗਿਆ ਆ, ਜਿੱਦਣ ਉਹਦੇ ਕੋਲ ਜੌਬ ਲੱਗ ਗਈ, ਜਿੱਦਣ ਉਹਦੇ ਕੋਲ ਇੱਕ ਤੈਅ ਇਨਕਮ ਦਾ ਲੈਵਲ ਕ੍ਰੀਏਟ ਜਿਹੜਾ ਇਹਨਾਂ ਨੇ ਬੈਂਚਮਾਰਕ ਰੱਖਿਆ ਆ ਉਹ ਅਚੀਵ ਕਰ ਲਿਆ, ਜਿੱਦਣ ਤੁਸੀਂ ਸੋਚਿਆ ਕਿ ਮੈਂ ਪੈਸੇ ਕਮਾ ਰਿਹਾ, ਮੈਂ ਚੱਕ ਕੇ ਇੰਡੀਆ ਭੇਜਣੇ ਸ਼ੁਰੂ ਕਰਦਾ, ਉਦੋਂ ਤੁਹਾਡੇ ਸਿਰ ਤੇ ਹੱਥ ਰੱਖਣਾ ਉਹਨਾਂ ਨੇ, ਨਹੀਂ ਪੁੱਤਰ ਤੂੰ ਇੱਥੇ ਵਸ, ਤੂੰ ਹੁਣ ਕਮਾਊ ਪੁੱਤਰ ਹੈ। ਉਸ ਚੀਜ਼ ਨੂੰ ਅਸੀਂ PR ਬੋਲਦੇ ਹਾਂ। ਸੋ ਅਲਟੀਮੇਟਲੀ ਕਮਾਊ ਪੁੱਤਰ ਨੂੰ ਹੀ ਘਰ ਰੱਖਿਆ ਜਾਂਦਾ ਹੈ। ਔਰ ਇਹ ਸਾਰੇ ਕੰਟਰੀਜ਼ ਦੇ ਵਿੱਚ, ਚਾਹੇ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਨਿਊਜ਼ੀਲੈਂਡ ਹੈ, ਚਾਹੇ UK ਹੈ, ਚਾਹੇ ਜਰਮਨੀ ਹੈ, ਸਭ ਦੇ ਵਿੱਚ ਸਟੂਡੈਂਟਸ ਜਾਂਦੇ ਨੇ, ਕੰਮਕਾਰ ਕਰਦੇ ਨੇ, ਵਰਕ ਪਰਮਿਟ ਹਾਸਲ ਕਰਦੇ ਨੇ। ਜਦੋਂ ਉਹਨਾਂ ਦੀਆਂ ਜੌਬਸ ਸਪਾਂਸਰ ਹੋ ਜਾਂਦੀਆਂ ਨੇ, ਜਦੋਂ ਉਹ ਲੋਕਲ ਕਮਾਈ ਵਾਲੇ ਪਾਸੇ ਨੂੰ ਆਉਂਦੇ ਨੇ, ਲੀਗੈਲਿਟੀ ਦੇ ਉੱਪਰ 40 ਆਵਰਸ ਵਰਕਿੰਗ ਦੇ ਉੱਪਰ ਆ ਜਾਂਦੇ ਨੇ, ਜਦੋਂ ਜੇਬ ਦੇ ਵਿੱਚ ਆਪਣਾ ਰੁਪਈਆ ਆਉਣ ਲੱਗ ਪੈਂਦਾ ਆ, ਉਦੋਂ ਕਿਹਾ ਜਾਂਦਾ ਕਿ ਯੈਸ ਤੁਸੀਂ ਪ੍ਰੂਵ ਕਰੋ ਕਿ ਤੁਸੀਂ ਉਸ ਜੌਬ ਦੇ ਲਾਇਕ ਹੋ। ਸੋ ਯੂ ਵਰਕ ਫॉर ਕਪਲ ਆਫ ਈਅਰਸ, ਤੁਸੀਂ ਥੋੜਾ ਸਮਾਂ ਕੰਮ ਕੀਤਾ ਔਰ ਤੁਸੀਂ ਮੁੜ ਕੇ ਇੰਡੈਫੀਨਿਟ ਸਟੇ ਲਈ, ਇੰਡੈਫੀਨਿਟ ਟਾਈਮ ਲਈ ਤੁਸੀਂ ਉਸੇ ਮੁਲਕ 'ਚ ਵਸ ਗਏ। ਓਕੇ, ਤੁਸੀਂ ਸਾਨੂੰ ਬੈਨੀਫਿਟ ਦੇ ਰਹੇ ਹੋ, ਸੋ ਸਾਨੂੰ ਬੈਨੀਫਿਟ ਦਿਓ, ਯੂ ਆਰ ਵੈਲਕਮ ਹੇਅਰ। ਸੋ ਕੈਨੇਡਾ ਕਮਾਊ ਪੁੱਤਾਂ ਵਾਸਤੇ ਕੀ ਅਰੇਂਜਮੈਂਟ ਕਰਦਾ ਪਿਆ ਉਹ ਵੀ ਆਪਾਂ ਜਾਣ ਲੈਂਦੇ ਹਾਂ, ਬਿਕੋਜ਼ ਉੱਥੇ ਵੀ ਐਪਲੀਕੇਸ਼ਨਸ ਦਾ ਬੈਕਲੌਗ ਬਹੁਤ ਜ਼ਿਆਦਾ ਹੈ। ਕਈ ਵਾਰ ਲੱਗਦਾ ਹੈ ਕਿ ਕੈਨੇਡਾ ਕਲੋਜ਼ ਹੋ ਜਾਣਾ, ਕਈ ਵਾਰ ਤਾਂ ਇੱਦਾਂ ਡਰ ਲੱਗਣ ਲੱਗ ਪੈਂਦਾ ਸਟੂਡੈਂਟਸ ਨੂੰ, ਅਕਸਰ ਸਾਨੂੰ ਇੱਦਾਂ ਦੀਆਂ ਇਨਫੋਰਮੇਸ਼ਨਸ ਮਿਲਦੀਆਂ ਰਹਿੰਦੀਆਂ ਨੇ। ਸੋ ਵਾਟ ਇਜ਼ ਦ ਰਾਈਟ ਸਿਚੁਏਸ਼ਨ? ਨਹੀਂ, ਕੈਨੇਡਾ ਕਦੀ ਕਲੋਜ਼ ਨਹੀਂ ਹੋਣ ਵਾਲਾ। ਕੈਨੇਡਾ ਦੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਬਾਕੀ ਸਾਰੇ ਮੁਲਕਾਂ ਤੋਂ ਕਿਤੇ ਜ਼ਿਆਦੀਆਂ ਨੇ, ਔਰ ਜਿਹੜੀ ਉਹਦੀ ਇਕਨੋਮਿਕ ਪਾਲਿਸੀ ਦਾ ਡਿਜ਼ਾਈਨ ਹੈ ਉਹ ਕਾਫੀ ਹੱਦ ਤੱਕ ਜਿਹੜਾ ਆ ਉਹ ਇਮੀਗ੍ਰੇਸ਼ਨ ਸੈਕਸ਼ਨ ਦੇ ਉੱਪਰ ਆ, ਇਮੀਗ੍ਰੇਸ਼ਨ ਜਿਹੜਾ ਡਿਪਾਰਟਮੈਂਟ ਹੈ ਇਹਦੇ ਉੱਪਰ ਆ। ਸੋ ਕੈਨੇਡਾ 'ਚ ਜਨਵਰੀ ਦੀਆਂ ਜਿਹੜੀਆਂ ਐਡਮਿਸ਼ਨਸ ਨੇ ਉਹ ਲਗਭਗ ਖਤਮ ਹੋਈਆਂ ਨੇ। ਸੋ ਕੁਝ ਕਾਲਜਸ ਦੀਆਂ ਹਾਲੇ ਵੀ ਜਨਵਰੀ ਇਨਟੇਕ ਦੀਆਂ ਸੀਟਸ ਅਵੇਲੇਬਲ ਨੇ, ਬਟ ਉਹਦੇ 'ਚ 90% ਦੇ ਕਰੀਬ ਜਿਹੜੀਆਂ ਜਨਵਰੀ ਕਲੋਜ਼ ਹੋ ਗਈ ਹੈ। ਫਿਰ ਵੀ ਸਟੂਡੈਂਟਸ ਨੇ ਜਿਨ੍ਹਾਂ ਨੇ ਜਨਵਰੀ ਇਨਟੇਕ ਲਈ ਜਾਣਾ ਹੋਊਗਾ ਉਹਨਾਂ ਨੂੰ ਨਵੰਬਰ ਦੇ ਵਿੱਚ ਫਾਈਲ ਅੰਬੈਸੀ ਦਾਖਲ ਕਰਨੀ ਹੈ। ਇਸ ਤੋਂ ਬਾਅਦ ਕਰਨਗੇ ਤਾਂ ਉਹ ਜਨਵਰੀ ਦੇ ਲਈ ਕਾਫੀ ਲੇਟ ਹੋ ਜਾਣਗੇ। ਇਸ ਤੋਂ ਇਲਾਵਾ ਕੈਨੇਡਾ ਨੇ ਜਿਹੜੀ ਆਪਣੀ ਜਿਹੜੀ ਕੈਪੈਸਿਟੀ ਆ, ਵਰਕਿੰਗ ਕੈਪੈਸਿਟੀ ਕਾਫੀ ਇੰਪਰੂਵ ਕਰ ਲਈ ਹੈ। ਸੋ ਕੈਨੇਡਾ ਦੇ ਵਿੱਚ ਹੁਣ ਜਿਹੜੀਆਂ ਐਪਲੀਕੇਸ਼ਨਸ ਦਾ ਬੈਕਲੌਗ ਆ ਘਟਣ ਲੱਗ ਗਿਆ, ਪਹਿਲੀ ਵਾਰੀ ਘਟਣ ਲੱਗ ਗਿਆ। ਉਹਦੇ ਨਾਲ ਹੁਣ ਇੱਕ ਸਮਾਂ ਬਚ ਗਿਆ ਕਿ ਇੱਕ ਕੋਈ ਵੀ ਕੈਟਾਗਰੀ ਦੇ ਵਿੱਚ ਵੀਜ਼ਾ ਅਪਲਾਈ ਕਰਦਾ ਆ ਤੇ ਉਹਦਾ ਇੱਕ ਸਮਾਂ ਆਉਣ ਲੱਗ ਪਿਆ ਕਿ ਯੈਸ ਇੰਨੀ ਕੁ ਦੇਰ 'ਚ ਵੀਜ਼ਾ ਆ ਜਾਊਗਾ। ਸੋ ਜਿੱਦਾਂ ਮਸਲਨ ਹੁਣ ਸਟੂਡੈਂਟ ਅਪਲਾਈ ਕਰਦਾ ਹੈ ਤਾਂ ਉਹਦਾ 2.5 ਮਹੀਨੇ ਦਾ ਸਮਾਂ ਹੋ ਗਿਆ ਕਿ 2.5 ਮਹੀਨੇ ਦੇ ਵਿੱਚ ਵੀਜ਼ਾ ਆ ਸਕਦਾ ਹੈ। ਟੂਰਿਸਟ ਵੀਜ਼ਾ ਅਪਲਾਈ ਕਰਦਾ ਤਾਂ ਉਹਦਾ 3 ਤੋਂ 4 ਮਹੀਨੇ ਦੇ ਵਿੱਚ ਸਮਾਂ ਆ ਸਕਦਾ ਹੈ। ਹਾਂ, ਬਹੁਤ ਸਾਰੇ ਜਿਹੜੇ ਐਪਲੀਕੈਂਟਸ ਨੇ ਉਹ ਮੇਰੇ ਨਾਲ ਇਤਫਾਕ ਨਹੀਂ ਰੱਖਣਗੇ, ਕਿਉਂਕਿ ਜੂਨ ਦੀਆਂ, ਜੁਲਾਈ ਦੀਆਂ ਐਪਲੀਕੇਸ਼ਨਸ ਜਿਹੜੀਆਂ ਲੱਗੀਆਂ ਨੇ ਟੂਰਿਸਟ ਵੀਜ਼ੇ ਦੀਆਂ, ਉਹਨਾਂ ਦੇ ਹਾਲੇ ਤੱਕ ਨਤੀਜੇ ਨਹੀਂ ਆਏ। ਸੋ ਉਹ ਯੈਸ ਉਹ ਬੈਕਲੌਗ ਹੀ ਆ। ਜਿਹੜੀਆਂ ਨਵੀਆਂ ਐਪਲੀਕੇਸ਼ਨਸ ਨੇ, ਸੋ ਕੈਨੇਡਾ ਦੀ ਇੱਕ ਬਹੁਤ ਦਿਲਚਸਪ ਪਾਲਿਸੀ ਵੇਖਣ 'ਚ ਸਮਝ ਆਈ ਆ, ਲਾਸਟ ਪਿਛਲੇ 1 ਸਾਲ ਤੋਂ ਅਸੀਂ ਅਬਜ਼ਰਵ ਕਰ ਰਹੇ ਹਾਂ। ਕੈਨੇਡਾ ਦੇ ਵਿੱਚ ਜਿਹੜਾ ਲੇਟ ਹੋਇਆ ਉਹਨੂੰ ਕਹਿੰਦੇ ਇਹ ਆਲਰੇਡੀ ਲੇਟ ਹੋ ਗਿਆ, ਇਹ ਥੋੜਾ ਹੋਰ ਲੇਟ ਹੋ ਜਾਊਗਾ। ਸੋ ਜਿਹੜਾ ਹੁਣ ਆ ਰਿਹਾ ਕਮ ਸੇ ਕਮ ਇਹਦੇ 'ਚੋਂ ਲੇਟ ਵਾਲੀ ਫੀਲਿੰਗ ਨਾ ਆਵੇ, ਇਹਨੂੰ ਪਹਿਲਾਂ ਤੋਰ ਦਈਏ। ਸੋ ਇਹਦੀ ਇਸ ਪਾਲਿਸੀ ਦਾ ਸ਼ਿਕਾਰ ਬਹੁਤ ਸਾਰੇ ਟੂਰਿਸਟ ਐਪਲੀਕੈਂਟਸ ਤੇ ਬਹੁਤ ਵੱਡੀ ਤਾਦਾਦ ਵਿੱਚ ਸਟੂਡੈਂਟਸ ਹੋਏ। ਸੋ ਸਟੂਡੈਂਟਸ ਨੂੰ ਇੱਕ ਵਾਰੀ ਛੱਡ ਹੀ ਦਿੱਤਾ ਗਿਆ, ਜਿਹੜੇ ਪੁਰਾਣੇ ਸਟੂਡੈਂਟਸ ਨੂੰ ਵੀ ਇਹ ਤਾਂ ਲੇਟ ਹੋਏ ਆ, ਇਹਨਾਂ ਨੂੰ ਕੋਈ ਨਹੀਂ, ਇਹਨਾਂ ਦਾ ਕੋਈ ਅਲੱਗ ਤਰੀਕਾ ਬਣਾ ਲੈਨੇ ਆ। ਸੋ ਜਿੱਦਾਂ ਅੱਜ ਅਗਰ ਅਪਲਾਈ ਕਰ ਰਿਹਾ, ਅਗਰ ਕੋਈ ਜਨਵਰੀ ਲਈ ਅਪਲਾਈ ਕਰ ਰਿਹਾ, ਇਹ ਕਮ ਸੇ ਕਮ ਮੇਕ ਸ਼ੋਰ ਕਰ ਲਈਏ ਕਿ ਜਨਵਰੀ ਵਾਲੇ ਜਨਵਰੀ ਚੱਲ ਜਾਣ। ਅਗਰ ਸਤੰਬਰ ਜਿਹੜਾ ਲੰਘ ਚੁੱਕਾ ਆ ਉਹਦੇ ਵੀਜ਼ੇ ਨਹੀਂ ਆਏ ਤਾਂ ਕੋਈ ਗੱਲ ਨਹੀਂ, ਉਹਨਾਂ ਦਾ ਬਾਅਦ ਚ ਵੇਖਦੇ ਆ। ਮਾਈ ਗॉड, ਉਹ ਤਾਂ ਫਿਰ ਸੋ ਉਹ ਉਸ ਚੀਜ਼ ਦੇ ਵਿੱਚ ਕਈ ਐਪਲੀਕੈਂਟਸ ਸ਼ਿਕਾਰ ਹੋਏ ਨੇ ਉਸ ਪਾਲਿਸੀ ਦਾ। ਇਹ ਵੈਸੇ ਪਾਲਿਸੀ ਇੰਡੀਅਨ ਰੇਲਵੇਜ਼ ਦੀ ਲੱਗਦੀ ਹੈ ਮੈਨੂੰ, ਕਿ ਜਿਹੜੀ ਗੱਡੀ ਲੇਟ ਹੋ ਜਾਂਦੀ ਹੈ ਨਾ ਉਹਨੂੰ ਫਿਰ ਲੇਟ ਹੀ ਰੱਖਦੇ ਨੇ, ਉਹ 2-3 ਘੰਟੇ ਲੇਟ। ਉਹ ਸਾਰੇ ਸਿਸਟਮ ਨੂੰ ਇਫੈਕਟ ਨਾ ਕਰੇ। ਹੋ ਸਕਦਾ ਉੱਥੇ ਕੋਈ ਇਸੇ ਡਿਪਾਰਟਮੈਂਟ ਚੋਂ ਇਮੀਗ੍ਰੇਸ਼ਨ ਉੱਥੇ ਸੈਕਸ਼ਨ 'ਚ ਗਿਆ ਹੋਵੇ, ਕੋਈ ਹੋ ਸਕਦਾ ਹੈ ਇੰਡੀਅਨ ਰੇਲਵੇਜ਼ ਤੋਂ ਉੱਤੇ ਗਿਆ ਹੋਵੇਗਾ। ਸੋ ਠੀਕ ਹੈ, ਮਤਲਬ ਇਹ ਇਹਨਾਂ ਦਾ ਸਿਸਟਮ ਹੈ। ਫਿਰ ਵੀ ਉਹ ਦਿਲ ਤੇ ਤਾਂ ਬਹੁਤ ਬੀਤਦੀ ਹੈ ਨਾ ਕਿ ਸੁੱਕਣੇ ਪਾ ਕੇ ਰੱਖਤਾ, ਸਾਡੀ ਵਾਰੀ ਕਦੋਂ ਆਊਗੀ। ਸੋ ਸਾਨੂੰ ਵੀ ਇੱਦਾਂ ਦੀਆਂ ਇਨਫੋਰਮੇਸ਼ਨਸ ਮਿਲਦੀਆਂ ਰਹਿੰਦੀਆਂ ਕਿ ਸਾਨੂੰ ਸਾਡੀ ਵਾਰੀ ਕਦੋਂ ਆਉਣੀ ਹੈ। ਸੋ ਅੱਗੇ ਆਪਾਂ ਵੱਧਦੇ ਹਾਂ UK ਬਾਰੇ। ਕੀ ਹਾਲ ਚਾਲ ਨੇ UK ਦੇ ਵਾਸਤੇ, ਕਿਉਂਕਿ ਉੱਥੇ ਵੀ ਕਾਫੀ ਲੋਕ ਸਕਿਲਡ ਨੇ ਔਰ ਇੱਥੋਂ ਦੇ ਵੀ ਕਾਫੀ ਲੋਕ ਸਕਿਲਡ ਨੇ ਜੋ UK ਨੂੰ ਪਸੰਦ ਕਰਦੇ ਨੇ।
ਸੋ ਉਹਨਾਂ ਬਾਰੇ ਸਾਨੂੰ ਦੱਸੋ ਕਿ ਇਹ ਸਪੀਡ ਅਪ ਹੋ ਰਿਹਾ ਹੈ ਸਾਰਾ ਸਿਸਟਮ, ਔਰ ਸਪੀਡ ਅਪ ਹੋ ਰਿਹਾ ਸਾਰੀਆਂ ਯੂਕੇ ਨੇ ਅਸਲ ਦੇ ਵਿੱਚ ਪ੍ਰਾਇੋਰਟੀ ਤੇ ਸੁਪਰ ਪ੍ਰਾਇੋਰਟੀ ਨਾਲ ਦੀਆਂ 2 ਸਰਵਿਸਿਜ਼ ਸ਼ੁਰੂ ਕੀਤੀਆਂ ਨੇ ਵੀ ਤੁਸੀਂ ਪੈਸੇ ਦਿਓ ਤੇ ਵੀਜ਼ਾ ਜਲਦੀ ਲੈ ਲਓ, ਬਟ ਉਹਦੇ ਨਾਲ ਜਿਹੜੀ ਦੂਸਰਾ ਬੈਕਲੌਗ ਥੋੜਾ ਜਿਹਾ ਵਧਣ ਲੱਗ ਗਿਆ, ਸੋ ਜਿਹਦਾ ਕਰਕੇ ਸਟੂਡੈਂਟਸ ਨੂੰ, ਟੂਰਿਸਟ ਨੂੰ ਖਾਸ ਕਰਕੇ ਜ਼ਿਆਦਾ ਪਰੇਸ਼ਾਨੀ ਹੋਈ। ਟੂਰਿਸਟ ਦਾ ਜਿਹੜਾ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿਉਂਕਿ ਪਿੱਛੇ ਜੇ ਇੱਕ ਨਿਊਜ਼ ਸੀ ਸ਼ਾਇਦ 1 ਜਾਂ 2 ਦਿਨ ਪਹਿਲਾਂ ਕਿ ਇੱਕ ਸਟੇਟਮੈਂਟ ਜਾਰੀ ਹੋਈ ਹੈ ਉਹਨਾਂ ਦੇ ਵੱਲੋਂ, ਯੂਕੇ ਦੇ ਇੱਕ ਮਿਨਿਸਟਰ ਵੱਲੋਂ, ਕਿ ਅਸੀਂ ਬੈਕ ਟੂ ਟਰੈਕ ਆ ਚੁੱਕੇ ਹਾਂ ਔਰ 15 ਡੇਜ਼ ਦਾ ਟਾਈਮ ਲੈ ਕੇ ਚੱਲ ਰਹੇ ਨੇ ਜੋ ਕੋਵਿਡ ਵਾਇਰਸ 19 ਕਰਕੇ ਇਫੈਕਟ ਹੋਇਆ ਸੀ। ਬਿਲਕੁਲ ਤੁਸੀਂ ਅਪਡੇਟਡ ਹੋ। ਸੋ ਅਸਲ ਦੇ ਵਿੱਚ ਕੀ ਹੈ ਕਿ ਯੂਕੇ ਦੇ ਵਿੱਚ ਜਿਹੜਾ ਬੈਕਲੌਗ ਟੂਰਿਸਟ ਵੀਜ਼ਾਸ ਦਾ ਵਧਣ ਲੱਗ ਗਿਆ, ਉਹਦਾ ਇੱਕ ਵੱਡਾ ਕਾਰਨ ਸੀਗਾ ਕਿ ਜਦੋਂ ਤੋਂ ਬ੍ਰੈਗਜ਼ਿਟ ਹੋਇਆ ਬਹੁਤ ਸਾਰੇ ਜਿਹੜੇ ਯੂਰਪੀਅਨ ਯੂਨੀਅਨ ਦੇ ਲੋਕ ਨੇ ਉਹ ਇੱਧਰ ਆ ਨਹੀਂ ਸਕਦੇ, ਸੋ ਜਿਹਦਾ ਕਰਕੇ ਲੇਬਰ ਮਾਰਕੀਟ 'ਚ ਇੱਕਦਮ ਸ਼ਾਰਟੇਜ ਹੋ ਗਈ, ਜਿਹਦਾ ਕਰਕੇ ਯੂਕੇ ਨੂੰ ਇੱਕ ਨਵੀਂ ਪਾਲਿਸੀ ਇਹਨਾਂ ਨੇ ਅਡਾਪਟ ਕੀਤੀ ਸੀ 1 ਜਨਵਰੀ 2021 ਨੂੰ। ਸੋ 1 ਜਨਵਰੀ 2021 ਨੂੰ ਇੱਕ ਪਾਲਿਸੀ ਅਡਾਪਟ ਕੀਤੀ ਇਹਨਾਂ ਨੇ, ਉਹਨੂੰ ਪੁਆਇੰਟ ਬੇਸਡ ਇਮੀਗ੍ਰੇਸ਼ਨ ਸਿਸਟਮ ਕਿਹਾ ਗਿਆ, PBS, ਔਰ ਉਹਦੇ 'ਚ 70 ਪੁਆਇੰਟਸ ਦੇ ਨਾਲ ਕੋਈ ਵੀ ਪੂਰੀ ਦੁਨੀਆ ਦੇ ਵਿੱਚੋਂ ਕੋਈ ਵੀ ਉੱਥੇ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਜਾ ਸਕਦਾ ਹੈ। ਸੋ ਉਹਦੇ ਵਿੱਚ ਤੁਹਾਨੂੰ ਤੁਸੀਂ ਪ੍ਰੂਵ ਕਰਨਾ ਸੀ ਕਿ ਤੁਹਾਡੀ 25,600 ਪਾਉਂਡ ਦੇ ਕਰੀਬ ਤੁਸੀਂ ਸਾਲਾਨਾ ਕਮਾਉਂਦੇ ਹੋ, ਲਗਭਗ 20-25 ਲੱਖ ਰੁਪਏ ਤੇ ਤੁਹਾਡੀ ਆਮਦਨ ਹੈਗੀ ਆ, ਔਰ ਤੁਹਾਡੇ ਕੋਲ ਉੱਥੇ ਜੌਬ ਹੋਣੀ ਚਾਹੀਦੀ ਹੈ। ਸੋ ਇਸ ਪਾਲਿਸੀ ਅਧੀਨ ਸਕਿਲਡ ਮਾਈਗ੍ਰੈਂਟਸ ਕਾਫੀ ਅਪਲਾਈ ਹੋਣ ਲੱਗ ਗਏ, ਸੋ ਇਹਨਾਂ ਨੂੰ ਤਰਜੀਹ ਦਿੱਤੀ ਗਈ, ਜਿਹਦਾ ਕਰਕੇ ਬਾਕੀ ਐਪਲੀਕੇਸ਼ਨਸ ਰੁਕਣ ਲੱਗ ਪਈਆਂ। ਸੋ ਯੂਕੇ ਦੀ ਜਿਹੜੀ ਨਾਰਮਲ ਟੂਰਿਸਟ ਵੀਜ਼ਾ ਦਾ ਜਿਹੜਾ ਪ੍ਰੋਸੈਸਿੰਗ ਟਾਈਮ 2 ਵੀਕ ਦਾ ਹੁੰਦਾ ਸੀ, ਸੋ ਜਦੋਂ ਤੋਂ ਸਕਿਲਡ ਮਾਈਗ੍ਰੈਂਟਸ ਦੀ ਐਪਲੀਕੇਸ਼ਨਸ ਜ਼ਿਆਦਾ ਹੋ ਗਈਆਂ ਉਦੋਂ ਤੋਂ ਜਿਹੜੇ ਟੂਰਿਸਟ ਉਹ ਸਫਰ ਕਰਨ ਲੱਗੇ। ਸੋ ਯੂਕੇ ਨੇ ਇਮੀਡੀਏਟਲੀ ਜਿਹੜੀ ਹੁਣ ਸਕਿਲਡ ਮਾਈਗ੍ਰੇਸ਼ਨ ਆ ਉਹਦੀ ਬ੍ਰੇਕ ਲਾਈ ਹੈ ਕਿ ਉਹਨਾਂ ਨੂੰ ਰੋਕਤਾ ਤਾਂ ਕਿ ਬਾਕੀ ਸਾਰਾ ਸਿਸਟਮ ਦਰੁਸਤ ਹੋ ਜਾਵੇ, ਔਰ ਬਹੁਤ ਕੁਇਕਲੀ ਦੇ ਆਰ ਬੈਕ ਔਨ ਟਰੈਕ। ਇਹ ਐਗਜ਼ੈਕਟਲੀ ਇਹਨਾਂ ਅੱਖਰਾਂ ਦੇ ਵਿੱਚ ਹੀ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਵੀ ਆਰ ਬੈਕ ਔਨ ਟਰੈਕ, ਵੀ ਆਰ ਬੈਕ ਔਨ ਟਰੈਕ। ਸੋ ਅਸੀਂ ਜਿਹੜਾ 15 ਦਿਨ ਦੀ ਪ੍ਰੋਸੈਸਿੰਗ ਟਾਈਮ ਦੇ ਉੱਪਰ ਮੁੜ ਵਾਪਸੀ ਕਰ ਲਈ ਹੈ। ਸੋ ਹੁਣ ਤੁਸੀਂ ਬਿਕੋਜ਼ ਨਵੰਬਰ ਦਸੰਬਰ ਮਿਸ ਨਹੀਂ ਕਰਨਾ ਚਾਹੁੰਦਾ ਕੋਈ, ਸੋ ਨਿਊ ਈਅਰ ਵਾਲਾ ਸਮਾਂ ਆ, ਇਹ ਇੱਕ ਫੈਸਟਿਵ ਮਾਹੌਲ ਆ ਜਿਹਦੇ ਵਿੱਚ ਟੂਰਿਜ਼ਮ ਵਿਕਸਿਤ ਹੁੰਦਾ ਆ, ਬਹੁਤ ਸਾਰੇ ਮੁਲਕਾਂ ਦੇ ਵਿੱਚ ਮਨੀ ਡਰੇਨ ਹੋ ਕੇ ਜਾਂਦੀ ਹੈ, ਔਰ ਇਹ ਪੈਸਾ ਉਹਨਾਂ ਮੁਲਕਾਂ ਦੀ ਤਕਦੀਰ ਬਦਲਣ ਦਾ ਦਮ ਰੱਖਦਾ ਹੈ। ਰਾਈਟ। ਸੋ ਇਸ ਕਰਕੇ ਇਸ ਸਮੇਂ ਨੂੰ ਕੋਈ ਮਿਸ ਨਹੀਂ ਕਰਨਾ ਚਾਹੁੰਦਾ। ਦੂਸਰਾ, ਇਹ ਕੋਵਿਡ ਦੇ ਕਾਫੀ ਬੰਦ ਦੇ ਸਮੇਂ ਤੋਂ ਕਾਫੀ ਦੇਰ ਬਾਅਦ ਆ ਰਿਹਾ ਹੈ, ਸੋ ਲਗਭਗ ਤੀਸਰਾ ਸਾਲ ਆ ਜਿਹੜਾ ਕਿ ਜਿਸ 'ਚ ਵਾਰੀ ਆਈ ਹੈ। ਪਿਛਲੇ 2 ਸਾਲ ਤਕਰੀਬਨ ਕਲੋਜ਼ਰ ਵਿੱਚ ਰਿਹਾ, ਸੋ ਬਿਜ਼ਨਸ ਸਲੋ ਡਾਊਨ ਰਿਹਾ ਆ। ਸੋ ਇਸ ਕਰਕੇ ਸਭ ਨੂੰ ਐਵਰੀਬਡੀ ਹੈਡ ਟੂ ਪੁਲ ਅਪ देयर ਸੌਕਸ, ਸੋ ਬਹੁਤ ਕੁਇਕਲੀ ਸਭ ਨੂੰ ਪਾਲਿਸੀਜ਼ ਰਿਵਾਈਜ਼ ਕਰਨੀਆਂ ਪਈਆਂ ਤਾਂ ਕਿ ਹੁਣ ਵਾਲਾ ਸਮਾਂ ਨਾ ਛੱਡਿਆ ਜਾ ਸਕੇ। ਜਿਹੜੀ ਟ੍ਰੇਨ ਲੇਟ ਹੋ ਗਈ, ਜਿਹੜਾ ਸਮਾਂ ਲੰਘ ਗਿਆ ਬੀਤ ਗਿਆ, ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹਨੂੰ ਹੱਥ 'ਚ ਰੱਖਿਆ ਜਾਵੇ। ਸੋ ਇਸ ਕਰਕੇ ਯੂਕੇ ਨੇ ਸਪੈਸ਼ਲੀ ਪਾਲਿਸੀ ਡਿਜ਼ਾਈਨ ਕੀਤੀ ਹੈ ਕਿ ਹੁਣ ਤੋਂ ਕੋਈ ਵੇਟ ਓਵਰ ਨਹੀਂ ਹੈਗੀ। ਸੋ ਬਿਕੋਜ਼ ਯੂਕੇ ਦੇ ਉੱਪਰ ਕੋਵਿਡ ਦਾ ਵੀ ਅਸਰ ਹੈ, ਯੂਕੇ ਦੇ ਉੱਪਰ ਯੂਰਪੀਅਨ ਜੰਗ ਦਾ ਵੀ ਅਸਰ ਹੈ, ਬ੍ਰੈਗਜ਼ਿਟ ਦਾ ਵੀ ਅਸਰ ਹੈ, ਸੋ ਇਹਨਾਂ ਸੌਖਾ ਨਹੀਂ ਹੈ ਕਹਿ ਦੇਣਾ ਕਿ ਬੈਕ ਔਨ ਟਰੈਕ। ਔਰ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਨਿਊਜ਼ ਦੇ ਵਿੱਚ ਵੀ ਆਉਂਦਾ ਹੈ ਕਿ ਕਾਫੀ ਹੱਦ ਤੱਕ ਜੋ ਇਕਨੋਮੀ ਹੈ ਨਾ ਉਹਨਾਂ ਦੀ ਸਟੇਬਲ ਨਹੀਂ ਹੈ ਇਸ ਵਕਤ, ਕਿਉਂਕਿ ਜੋ ਇਸ ਵਕਤ ਉਹਨਾਂ ਦੇ ਪ੍ਰਾਈਮ ਮਿਨਿਸਟਰ ਬਣੇ ਨੇ ਲਿਜ਼ ਟਰਸ, ਔਰ ਉਹਨਾਂ ਦੇ ਬਾਰੇ ਵੀ ਗੱਲਬਾਤ ਹੋ ਰਹੀ ਹੈ ਕਿ ਸ਼ਾਇਦ ਕੁਝ ਚੇਂਜਸ ਹੋਣ। ਫਿਰ ਤੋਂ ਰਿਸ਼ੀ ਸੁਨਕ ਦੀ ਗੱਲ ਹੋ ਰਹੀ ਹੈ, ਉੱਥੇ ਪ੍ਰਧਾਨ ਮੰਤਰੀ ਦੀ ਕੁਰਬਾਨੀ ਤੇ ਕੁਰਬਾਨੀ ਹੋ ਰਹੀ ਹੈ। ਸੋ ਬ੍ਰੈਗਜ਼ਿਟ ਤੋਂ ਬਾਅਦ ਤੁਸੀਂ ਵੇਖੋ ਹਾਲਾਤ ਸਮਝੋ, ਯੈਸ, ਬ੍ਰੈਗਜ਼ਿਟ ਤੋਂ ਬਾਅਦ PM ਤੇ PM ਚੇਂਜ ਹੋ ਰਿਹਾ ਹੈ। ਯੈਸ। ਸੋ ਔਰ ਇਹ ਦੇਖਦੇ ਹੋਏ ਕਿ ਇੰਡੀਆ ਦਾ ਜਿਹੜਾ ਰੁਖ ਸੀ ਥੋੜਾ ਸਖਤ ਹੋਇਆ, ਕਿਉਂਕਿ ਜਿੱਥੋਂ ਤੱਕ ਇੰਡੀਆ ਤੋਂ ਕਾਫੀ ਪੈਸਾ ਲਿੱਤਾ ਗਿਆ ਇਕਨੋਮੀ ਨੂੰ ਸਟੇਬਲ ਕਰਨ ਵਾਸਤੇ, ਤੇ ਇੰਡੀਅਨਸ ਦੇ ਆਉਣ ਦੇ ਉੱਤੇ ਇੱਕ ਨੁਕਤਾਚੀਨੀ ਹੋਈ ਸੀ, ਤੇ ਇੱਥੋਂ ਜਦੋਂ ਸਟੈਪ ਤਗੜੇ ਲਿੱਤੇ ਗਏ ਇੰਡੀਆ ਵੱਲੋਂ ਕਿ ਅਸੀਂ ਆਪਣਾ ਪੈਸਾ ਜੇ ਵਾਪਸ ਲਈਏ, ਤਾਂ ਉਹਨਾਂ ਨੇ ਫਿਰ ਯੂ ਟਰਨ ਲਿੱਤੀ ਕਿ ਇੱਥੇ ਕੁਝ ਹੋਰ ਹੀ ਹੋਣ ਲੱਗ ਪਿਆ, ਇਕਨੋਮੀ ਬਿਲਕੁਲ ਸ਼ੇਕ ਕਰ ਜਾਏਗੀ ਨਾ। ਇੱਕ ਤਾਂ ਉਹਨਾਂ ਨੇ ਮਾਫੀ ਮੰਗੀ ਹੈ, ਜੋ ਸਟੇਟਮੈਂਟਸ ਦਿੱਤੀਆਂ ਸੀ ਇੰਡੀਅਨਸ ਦੇ ਵਿਰੁੱਧ ਜਾਂਦੀਆਂ ਨੇ ਕਿ ਇੰਡੀਅਨਸ ਨੂੰ ਉੱਥੇ ਰੈਜ਼ੀਡੈਂਸੀ ਦਾ, ਔਰ ਦੂਸਰਾ ਜੋ ਹੋਰ ਗੱਲਾਂ ਹੋਈਆਂ ਸੀ, ਇੱਕ ਤਾਂ ਮਤਲਬ ਕੁਝ ਇਕਨੋਮੀ ਦੇ ਜਿਹੜੇ ਪੈਸੇ ਧੇਲੇ ਦੀ ਸਾਰੀ ਗੱਲ ਹੁੰਦੀ ਹੈ ਕਿ ਹਜੇ ਤੱਕ ਉਹ ਸਟੇ ਮਿਲ ਗਿਆ ਹੈ ਕਿ ਇੰਡੀਅਨ ਗਵਰਨਮੈਂਟ ਵਾਪਸ ਨਹੀਂ ਮੰਗ ਰਹੀ, ਸੋ ਇਸ ਕਰਕੇ ਵੀ ਯੂ ਟਰਨ ਲਿੱਤੀ ਗਈ ਸੀ। ਬ੍ਰੈਗਜ਼ਿਟ ਬਹੁਤ ਵੱਡੀ ਚੀਜ਼ ਸੀਗੀ। ਬ੍ਰੈਗਜ਼ਿਟ ਬੇਸਿਕਲੀ ਯੂਰਪੀਅਨ ਯੂਨੀਅਨ ਬਾਜ਼ਾਰ ਸਾਂਝਾ ਸੀ। ਰਾਈਟ। ਸੋ ਯੂਰਪੀਅਨ ਯੂਨੀਅਨ ਦਾ ਮਤਲਬ ਹੈ ਕਿ ਤੁਸੀਂ ਹਰ ਟ੍ਰੇਡ, ਹਰ ਇੱਕ ਚੀਜ਼ ਦੇ ਵਿੱਚ ਇਕਨੋਮਿਕ ਸਾਂਝ ਹੈ। ਸੋ ਇਕਨੋਮਿਕ ਸਾਂਝ ਦਾ ਮਤਲਬ ਹੈ ਕਿ ਪੈਸੇ ਧੇਲੇ ਦੀ ਸਾਂਝ ਹੈ। ਸੋ ਜਦੋਂ ਉਧਰੋਂ ਰਿਸ਼ਤਾ ਟੁੱਟ ਗਿਆ, ਇਕਨੋਮੀ ਦੇ ਉੱਪਰ ਅਸਰ ਪੈਣਾ ਸੀ, ਔਰ ਉਹ ਅਸੀਂ ਵੇਖ ਵੀ ਰਹੇ ਹਾਂ। ਬ੍ਰੈਗਜ਼ਿਟ ਦੇ ਨਾਲ ਦੀ ਨਾਲ ਕੋਵਿਡ ਦਾ ਸ਼ਟਡਾਊਨ, ਸੋ ਬਹੁਤ ਸਾਰੀਆਂ ਚੀਜ਼ਾਂ ਨੇ ਯੂਕੇ ਨੂੰ ਅਫੈਕਟ ਕੀਤਾ ਹੈ। ਯੂਕੇ ਦੇ ਵਿੱਚ ਅਸੀਂ ਪਿੱਛੇ ਜੇ ਵੇਖਿਆ ਵੀ ਹੈ ਕਿ ਲਾਈਕ ਜਿਹੜੇ ਪ੍ਰਾਈਸ ਰਾਈਜ਼ ਵੀ ਹੋਇਆ, ਸੋ ਬਟ ਸਟਿਲ ਪਾਰਟ ਆਫ ਦਾ ਗੇਮ। ਔਰ ਫਾਈਨੈਂਸ ਡਿਪਾਰਟਮੈਂਟ ਨੂੰ ਲੈ ਕੇ ਜੋ ਯੂਕੇ ਦੇ ਵਿੱਚ ਸ਼ਫਲਿੰਗ ਹੋਈ ਹੈ,
ਉਹਦਾ ਵੀ ਇਫੈਕਟ ਪਿਆ ਹੈ, ਉਹਦੇ ਵਾਸਤੇ ਵੀ ਉਹਨਾਂ ਨੇ ਸੌਰੀ ਫੀਲ ਕੀਤਾ ਹੈ। ਬਿਲਕੁਲ। ਸੋ ਟੋਟਲ ਅਸੀਂ ਵਿਨ ਸਿਚੁਏਸ਼ਨ 'ਚ ਹੈ ਇਸ ਵਕਤ ਯੂਕੇ ਨੂੰ ਲੈ ਕੇ। ਐਂਡ ਨਾਓ ਵਾਟ ਅਬਾਊਟ ਆਸਟ੍ਰੇਲੀਆ, ਕਿਉਂਕਿ ਆਸਟ੍ਰੇਲੀਆ ਵੀ ਸਾਡੀ ਖਿੱਚ ਦਾ ਕੇਂਦਰ ਕਾਫੀ ਬਣਦਾ ਜਾ ਰਿਹਾ ਅੱਜ ਕੱਲ੍ਹ। ਹਾਂ, ਅਗਰ ਅੱਜ ਦੇ ਸਮੇਂ ਦੇ ਵਿੱਚ ਲਿਖੀਏ ਲਗਭਗ 8,80,000 ਐਪਲੀਕੇਸ਼ਨਸ ਦਾ ਬੈਕਲੌਗ ਆ ਆਸਟ੍ਰੇਲੀਆ। ਹਾਂ, ਆਸਟ੍ਰੇਲੀਆ। ਬਟ ਆਸਟ੍ਰੇਲੀਆ ਦੇ ਵਿੱਚ ਇਹ ਬੈਕਲੌਗ ਤਕਰੀਬਨ ਸਟੂਡੈਂਟਸ ਦਾ ਜ਼ਿਆਦਾ ਆ, ਔਰ ਜਿਹੜੀਆਂ ਨਾਰਮਲ ਐਪਲੀਕੇਸ਼ਨਸ ਆ ਟੂਰਿਸਟ ਦੀਆਂ, ਅਗਰ ਅਸੀਂ 15-20 ਦਿਨ ਪਹਿਲਾਂ ਦੀ ਗੱਲ ਕਰੀਏ ਐਪਲੀਕੇਸ਼ਨਸ ਸਲੋ ਡਾਊਨ ਸੀ। ਜਿਹੜੀਆਂ ਹੁਣ ਦੀਆਂ ਐਪਲੀਕੇਸ਼ਨਸ ਆ ਇਹਨਾਂ ਦੇ ਲਗਭਗ 15-20 ਦਿਨ ਦੇ ਵਿੱਚ ਵੀਜ਼ਾ ਆ ਜਾਂਦਾ ਆ। ਰਾਈਟ। ਸੋ ਹੁਣ ਹੌਲੀ ਹੌਲੀ ਘਟ ਰਿਹਾ ਆ। ਸੋ ਆਸਟ੍ਰੇਲੀਆ ਨੇ ਵੀ ਥੋੜੀ ਰਫ਼ਤਾਰ ਫੜੀ ਆ। ਸੋ ਤਕਰੀਬਨ ਤੁਸੀਂ ਵੇਖੋਗੇ ਕਿ ਕੱਲਾ ਆਸਟ੍ਰੇਲੀਆ, ਯੂਕੇ, ਕੈਨੇਡਾ, USA ਇਕੱਲੀ ਇੱਕ ਦੀ ਸਟੋਰੀ ਨਹੀਂ ਹੈ। ਸੋ ਜਦੋਂ ਤੋਂ ਹਾਲਾਤ ਸੁਧਰੇ, ਜਦੋਂ ਤੋਂ ਬਾਜ਼ਾਰ ਸੁਧਰਿਆ, ਜਦੋਂ ਤੋਂ ਟੂਰਿਜ਼ਮ ਗਰੋ ਅਪ ਕੀਤਾ, ਜਦੋਂ ਤੋਂ ਥੋੜਾ ਬਹੁਤ ਇਕਨੋਮੀਜ਼ ਦੀ ਹਲਚਲ ਹੋਈ, ਈਵਨ ਇੰਡੀਅਨ ਇਕਨੋਮੀ ਦੀ ਰਫ਼ਤਾਰ ਥੋੜੀ ਤੇਜ਼ ਹੋਈ ਹੈ। ਸੋ ਪੂਰੇ ਵਰਲਡ ਵਾਈਡ ਜਦੋਂ ਸੁਸਤੀ ਥੋੜੀ ਘਟੀ ਹੈ ਤੇ ਸਭ ਨੂੰ ਇਸ ਟਾਈਮ ਅਗਰੈਸਿਵ ਸਟੈਪ ਲੈਣ ਦੀ ਲੋੜ ਹੈ। ਸੋ ਇਸ ਸਮੇਂ ਦੇ ਵਿੱਚ ਅਗਰ ਐਪਲੀਕੈਂਟਸ ਅਗਰ ਕਿਸੇ ਮੁਲਕ ਵਿੱਚ ਘੁੰਮਣ ਜਾਣਾ ਚਾਹੁੰਦੇ ਆ, ਨਵੰਬਰ ਦਸੰਬਰ ਕਾਫੀ ਅਹਿਮ ਰਹਿਣ ਵਾਲਾ ਆ। ਨਵੰਬਰ ਦਸੰਬਰ ਦੇ ਵਿੱਚ ਤਕਰੀਬਨ ਜਿਹੜੇ ਵੀਜ਼ਾਸ ਦੇ ਵਿੱਚ ਰਿਲੈਕਸੇਸ਼ਨ ਰਹਿਣ ਵਾਲੀ ਹੈ, ਔਰ ਜਿਹੜੇ ਵੀਜ਼ਾਸ ਆ ਉਹ ਥੋੜੀ ਜੀ ਨਾਰਮਲ ਟਾਈਮ ਤੋਂ ਥੋੜੇ ਸੌਖੇ ਆਉਣ ਦੀ ਸੰਭਾਵਨਾ ਕਾਫੀ ਹੈ। ਸੋ ਇਸ ਸਮੇਂ ਦੇ ਵਿੱਚ ਅਪਲਾਈ ਕਰੋ। US ਦੇ ਵਿੱਚ ਸਾਡੀ ਖਾਸ ਪਕੜ ਹੈ। US ਦੇ ਵਿੱਚ ਬਹੁਤ ਅੱਛੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਸਾਡੀ ਕਮਿਊਨਿਟੀ ਦਾ ਉੱਥੇ ਚੰਗਾ ਦਬਦਬਾ ਆ, ਔਰ ਸਾਡੇ 70% ਜਿੰਨੇ ਸਾਡੇ ਇੰਡੀਅਨਸ ਰਹਿੰਦੇ ਨੇ US ਦੇ ਵਿੱਚ, ਉਹ 'ਚੋਂ 70% ਗ੍ਰੈਜੂਏਟਸ ਨੇ। ਇਹ ਪੂਰੇ ਅਮਰੀਕਾ ਦੇ ਵਿੱਚ ਕੋਈ ਵੀ ਆਬਾਦੀ ਰਹਿੰਦੀ ਆ ਉਹਦੇ 'ਚ ਸਭ ਤੋਂ ਵੱਡਾ ਨੰਬਰ ਹੈ ਕਿ 70% ਗ੍ਰੈਜੂਏਟਸ ਨੇ। ਯੈਸ। ਔਰ ਉਹਦੇ ਨਾਲ ਜਿਹੜੇ ਸਾਡੇ ਪਰਿਵਾਰ ਨੇ ਅਮਰੀਕਾ ਦੇ ਵਿੱਚ ਰਹਿੰਦੇ ਹੋਏ, ਉਹਨਾਂ ਦੀ ਆਮਦਨ ਜਿਹੜੀ ਆ ਲੋਕਲਸ ਨਾਲੋਂ ਤਕਰੀਬਨ ਡਬਲ ਆ। ਸੋ ਇਹ ਅੰਕੜੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਨੇ। ਸੋ ਸਾਡੀ ਲਿਆਕਤ, ਸਾਡੇ ਲੋਕਾਂ ਦੀ ਉੱਥੇ ਮਿਹਨਤ, ਸਾਡੇ ਲੋਕਾਂ ਦੀ ਕਾਰੋਬਾਰ ਕਰਨ ਦਾ ਤਰੀਕਾ, ਇਹ ਸਾਰੀਆਂ ਉਹਨਾਂ ਮੁਲਕਾਂ ਦੀ ਇਕਨੋਮੀ ਦੇ ਵਿੱਚ ਵੀ ਇਕਨੋਮਿਕ ਕੰਟਰੀਬਿਊਸ਼ਨ ਦੇ ਰਹੀਆਂ ਨੇ। ਯੈਸ। ਇਹ ਵੀ ਬਿਲਕੁਲ ਇੱਕ ਵਾਹਿਦ ਗੱਲ ਹੈ ਕਿ ਜੋ ਇਕਨੋਮਿਕ ਕੰਟਰੀਬਿਊਸ਼ਨ ਵਾਸਤੇ ਅਸੀਂ ਹਮੇਸ਼ਾ ਹੀ ਪੰਜਾਬੀ ਲੋਕ ਤੇ ਖਾਸ ਕਰਕੇ ਬਹੁਤ ਜ਼ਿਆਦਾ ਕੰਟਰੀਬਿਊਟ ਕਰਦੇ ਨੇ। ਮਿਹਨਤਕਸ਼ ਲੋਕ ਨੇ, ਅਗਰੈਸਿਵ ਲੋਕ ਨੇ, ਐਂਟਰਪ੍ਰੀਨਰਸ ਨੇ। ਅਸਲ 'ਚ ਵੈਸਟਰਨ ਕਲਚਰ ਦੇ ਵਿੱਚ ਇੱਕ ਸਧਾਰਨ ਆਦਤ ਹੈ, ਉਹ ਜੌਬ ਸੈਕਟਰ ਦੇ ਵਿੱਚ ਲੋਕ ਜ਼ਿਆਦਾ ਰਹਿ ਕੇ ਖੁਸ਼ ਨੇ। ਸੋ ਉਹ ਜੋਖਮ ਲੈਣ ਵਾਲੇ ਕੰਮ ਬਹੁਤ ਘੱਟ ਕਰਦੇ ਨੇ, ਤੇ ਸਾਡੀ ਤੇ ਸ਼ੁਰੂਆਤ ਹੀ ਜੋਖਮਾਂ ਤੋਂ ਹੋਈ ਹੈ। ਸੋ ਇਹਨਾਂ ਪਿਆਰੀਆਂ ਮਿੱਠੀਆਂ ਗੱਲਾਂ ਦੇ ਨਾਲ ਆਪਾਂ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ ਚਾਹਾਂਗੇ, ਪਰ ਇੱਕ ਗੁਜ਼ਾਰਿਸ਼ ਕਿ ਤੁਸੀਂ ਆਪਣੇ ਵਿਚਾਰ ਇਨਬਾਕਸ ਕਰੋ। ਕੋਈ ਹੋਰ ਕੁਐਰੀਜ਼ ਨੇ ਸਾਡੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡੇ ਮਨਾਂ ਦੇ ਵਿੱਚ, ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਸੋ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਚਲਿਏ ਅਰਵਿੰਦਰ ਜੀ, ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।